Hello students, welcome to history class। ਸਾਡਾ ਕੁਐਸਚਨ ਚੱਲ ਰਿਹਾ ਸੀ ਪੇਂਡੂ ਰਿਣ ਗ੍ਰਸਤਤਾ ਦਾ ਵਰਣਨ ਕਰੋ। ਪਿਛਲੀ ਕਲਾਸ ਵਿੱਚ ਅਸੀਂ ਪੇਂਡੂ ਕਰਜ਼ਦਾਰੀ ਜਾਂ ਰਿਣ ਗ੍ਰਸਤਤਾ ਦਾ ਅਰਥ ਅਤੇ ਉਸ ਦੇ ਕਾਰਨਾਂ ਦੀ ਚਰਚਾ ਕੀਤੀ। ਪਿਛਲੀ ਕਲਾਸ ਵਿੱਚ ਅਸੀਂ ਦੇਖਿਆ ਕਿ ਅੰਗਰੇਜ਼ਾਂ ਦੁਆਰਾ ਅਨੇਕ ਨਵੇਂ ਬੰਦੋਬਸਤ ਲਾਗੂ ਕੀਤੇ ਗਏ। ਅੰਗਰੇਜ਼ਾਂ ਦੁਆਰਾ ਹੀ ਖੇਤੀ ਦਾ ਵਾਣਿਜੀਕਰਨ ਕੀਤਾ ਗਿਆ, ਜਿਨ੍ਹਾਂ ਦੇ ਸਿੱਟੇ ਵਜੋਂ ਕਿਸਾਨਾਂ ਤੇ ਕਰਜ਼ ਦਾ ਭਾਰ ਵੱਧਦਾ ਚਲਾ ਗਿਆ। ਉਹਨਾਂ ਦੇ ਆਪ ਦੇ ਜੀਵਨ ਦੀਆਂ ਫਿਜ਼ੂਲ ਖਰਚੀਆਂ, ਅੰਗਰੇਜ਼ੀ ਸਰਕਾਰ ਨੂੰ ਜਮ੍ਹਾਂ ਕਰਾਉਣ ਵਾਲੇ ਕਰ ਆਦਿ ਦੀ ਅਧਿਕਤਾ ਦੇ ਕਾਰਨ ਕਿਸਾਨਾਂ ਨੂੰ ਸਾਹੂਕਾਰਾਂ ਕੋਲੋਂ ਕਰਜ਼ ਲੈਣਾ ਪੈਂਦਾ ਸੀ। ਇਹਨਾਂ ਕਰਜ਼ਿਆਂ ਦੀ ਵਿਆਜ ਦੀ ਰਕਮ ਬਹੁਤ ਜ਼ਿਆਦਾ ਹੋਣ ਕਰਕੇ ਕਿਸਾਨ ਇਹਨਾਂ ਨੂੰ ਚੁਕਾ ਨਹੀਂ ਪਾਉਂਦੇ ਸਨ ਅਤੇ ਹੌਲੀ ਹੌਲੀ ਉਹਨਾਂ ਦੀ ਸਥਿਤੀ ਬੜੀ ਤਰਸਯੋਗ ਹੋ ਜਾਂਦੀ ਸੀ। ਅੱਜ ਦੀ ਕਲਾਸ ਵਿੱਚ ਅਸੀਂ ਪੇਂਡੂ ਰਿਣ ਗ੍ਰਸਤਤਾ ਦੇ ਪਰਿਣਾਮਾਂ ਦੀ ਚਰਚਾ ਕਰਾਂਗੇ। ਤੁਹਾਨੂੰ ਪਿਛਲੀ ਕਲਾਸ ਵਿੱਚ ਵੀ ਮੈਂ ਦੱਸਿਆ ਸੀ ਕਿ ਇਹ ਕੁਐਸਚਨ ਕਦੀ ਵੱਡਾ ਅੱਜ ਤੱਕ ਨਹੀਂ ਪੁੱਛਿਆ ਗਿਆ ਹੈ। ਛੋਟਾ ਹੀ ਪੁੱਛਿਆ ਜਾਂਦਾ ਹੈ ਅਤੇ 3 ਰੂਪਾਂ ਵਿੱਚ ਪੁੱਛਿਆ ਜਾਂਦਾ ਹੈ। ਅੱਜ ਉਸ ਦੇ ਤੀਜੇ ਰੂਪ ਯਾਨੀ ਉਸ ਦੇ ਪਰਿਣਾਮਾਂ ਦੀ ਚਰਚਾ ਅਸੀਂ ਕਰਾਂਗੇ। ਸ਼ੁਰੂ ਕਰਦੇ ਹਾਂ। ਪੇਂਡੂ ਕਰਜ਼ਦਾਰੀ ਦੇ ਪਰਿਣਾਮ। ਇਸ ਕਰਜ਼ਦਾਰੀ ਦੇ ਬੜੇ ਹੀ ਦੂਰਗਾਮੀ ਆਰਥਿਕ ਅਤੇ ਸਮਾਜਿਕ ਪਰਿਣਾਮ ਨਿਕਲੇ, ਜਿਨ੍ਹਾਂ ਵਿੱਚੋਂ ਪਹਿਲਾ ਹੈ ਕਿਸਾਨਾਂ ਦੀ ਸਥਿਤੀ ਵਿੱਚ ਬਦਲਾਅ। ਪੇਂਡੂ ਰਿਣ ਗ੍ਰਸਤਤਾ ਦਾ ਪਹਿਲਾ ਦੁਸ਼ਪਰਿਣਾਮ ਇਹ ਨਿਕਲਿਆ ਕਿ ਖੇਤੀ ਦੀ ਜ਼ਮੀਨ ਕਾਸ਼ਤਕਾਰਾਂ ਦੇ ਹੱਥਾਂ ਤੋਂ ਨਿਕਲ ਕੇ ਗੈਰ ਕਾਸ਼ਤਕਾਰਾਂ ਦੇ ਹੱਥਾਂ ਵਿੱਚ ਜਾਣ ਲੱਗ ਪਈ। ਸਾਹੂਕਾਰ ਇਹਨਾਂ ਜ਼ਮੀਨਾਂ ਦੇ ਬੜੀ ਤੇਜ਼ੀ ਨਾਲ ਮਾਲਿਕ ਬਣਦੇ ਜਾ ਰਹੇ ਸਨ। ਇਸ ਦਾ ਕਾਰਨ ਇਹ ਸੀ ਕਿ ਜੋ ਕਿਸਾਨ ਇੱਕ ਵਾਰ ਸਾਹੂਕਾਰ ਤੋਂ ਕਰਜ਼ ਲੈ ਲੈਂਦਾ ਸੀ, ਉਸ ਨੂੰ ਅਦਾ ਕਰਨਾ ਕਿਸਾਨ ਦੇ ਸਾਮਰਥ ਤੋਂ ਬਾਹਰ ਹੋ ਜਾਂਦਾ ਸੀ ਅਤੇ ਮਜਬੂਰ ਹੋ ਕੇ ਕਿਸਾਨ ਨੂੰ ਸਾਹੂਕਾਰ ਦੇ ਕੋਲ ਆਪਣੀ ਭੂਮੀ ਨੂੰ ਵੇਚਣਾ ਪੈਂਦਾ ਸੀ। ਇੱਕ ਅਧਿਐਨ ਦੇ ਅਨੁਸਾਰ 1886 ਈਸਵੀ ਤੋਂ 1890 ਈਸਵੀ ਦੇ ਮੱਧ ਪੰਜਾਬ ਦੀ ਲਗਭਗ 10 ਲੱਖ ਏਕੜ ਭੂਮੀ 'ਤੇ ਸਾਹੂਕਾਰਾਂ ਨੇ ਕਬਜ਼ਾ ਕਰ ਲਿਆ ਸੀ। ਇਸੇ ਤਰ੍ਹਾਂ ਡਾਕਟਰ ਮੁਖਰਜੀ ਨੇ ਉੜੀਸਾ ਵਿੱਚ ਇੱਕ ਅਧਿਐਨ ਦੇ ਦੌਰਾਨ ਪਾਇਆ ਕਿ 1899 ਈਸਵੀ ਤੋਂ ਲੈ ਕੇ 1920 ਈਸਵੀ ਦੇ ਮੱਧ ਵਿੱਚ ਸਾਹੂਕਾਰਾਂ ਦੀ ਭੂਮੀ ਵਿੱਚ 85% ਦਾ ਵਾਧਾ ਹੋ ਗਿਆ ਸੀ। ਇਸ ਤਰ੍ਹਾਂ ਭੂਮੀ ਦੇ ਹੱਥ ਤੋਂ ਨਿਕਲ ਜਾਣ ਦੇ ਕਾਰਨ ਕਿਸਾਨਾਂ ਦੀ ਸਥਿਤੀ ਬੜੀ ਹੀ ਤਰਸਯੋਗ ਹੋ ਗਈ। ਉਹ ਆਪਣੇ ਸਾਹੂਕਾਰਾਂ ਦੇ ਦਾਸ ਬਣ ਕੇ ਰਹਿ ਗਏ। ਅਗਲਾ ਪਰਿਣਾਮ ਹੈ ਖੇਤੀ ਵਿੱਚ ਗਿਰਾਵਟ। ਪੇਂਡੂ ਕਰਜ਼ਦਾਰੀ ਦਾ ਦੂਜਾ ਮਹੱਤਵਪੂਰਨ ਪਰਿਣਾਮ ਇਹ ਨਿਕਲਿਆ ਕਿ ਖੇਤੀ ਦੀ ਉਤਪਾਦਕਤਾ ਵਿੱਚ ਤੇਜ਼ੀ ਨਾਲ ਗਿਰਾਵਟ ਆਉਣੀ ਸ਼ੁਰੂ ਹੋ ਗਈ। ਇਸ ਦਾ ਕਾਰਨ ਇਹ ਸੀ ਕਿ ਕਿਸਾਨ ਬਹੁਤ ਹੀ ਗੰਭੀਰ ਬੋਝ ਤਲੇ ਦਬੇ ਹੋਏ ਸਨ। ਅਜਿਹੀ ਸੂਰਤ ਵਿੱਚ ਉਹ ਖੇਤੀ ਸੁਧਾਰਾਂ ਦੇ ਬਾਰੇ ਵਿੱਚ ਸੋਚ ਵੀ ਨਹੀਂ ਸਕਦੇ ਸਨ।
ਦੂਜਾ, ਸਾਹੂਕਾਰਾਂ ਨੇ ਕਿਸਾਨਾਂ ਤੋਂ ਬਹੁਤ ਜੀ ਭੂਮੀ ਧੋਖੇ ਨਾਲ ਪ੍ਰਾਪਤ ਕਰ ਲਈ ਸੀ। ਸਾਹੂਕਾਰਾਂ ਦੀ ਖੇਤੀ ਵਿੱਚ ਕੋਈ ਰੁਚੀ ਨਹੀਂ ਸੀ ਅਤੇ ਉਹਨਾਂ ਨੇ ਆਪਣੇ ਵੱਲੋਂ ਇਹ ਭੂਮੀ ਉਹਨਾਂ ਕਿਸਾਨਾਂ ਨੂੰ ਹੀ ਖੇਤੀ ਦੇ ਲਈ ਦੇ ਦਿੱਤੀ ਜਿਨ੍ਹਾਂ ਤੋਂ ਇਸ ਨੂੰ ਪ੍ਰਾਪਤ ਕੀਤਾ ਗਿਆ ਸੀ। ਇਹਨਾਂ ਕਿਸਾਨਾਂ ਦੀ ਸਥਿਤੀ ਹੁਣ ਬੰਧੂਆ ਮਜ਼ਦੂਰ ਦੇ ਸਮਾਨ ਸੀ, ਕਿਉਂਕਿ ਖੇਤੀ ਤੋਂ ਪ੍ਰਾਪਤ ਹੋਣ ਵਾਲਾ ਜ਼ਿਆਦਾਤਰ ਲਾਭ ਸਾਹੂਕਾਰ ਹੜਪ ਜਾਂਦੇ ਸਨ। ਇਸ ਲਈ ਕਿਸਾਨਾਂ ਵਿੱਚ ਖੇਤੀ ਨੂੰ ਸੁਧਾਰਨ ਦੀ ਕੋਈ ਵੀ ਇੱਛਾ ਨਹੀਂ ਰਹੀ ਸੀ। ਅਗਲਾ ਪਰਿਣਾਮ ਹੈ ਸੰਬੰਧਾਂ ਵਿੱਚ ਤਣਾਅ। ਪੇਂਡੂ ਰਿਣਗ੍ਰਸਤਤਾ ਦੇ ਸਿੱਟੇ ਵਜੋਂ ਕਿਸਾਨਾਂ ਅਤੇ ਸਾਹੂਕਾਰਾਂ ਦੇ ਮੱਧ ਸੰਬੰਧਾਂ ਵਿੱਚ ਦਰਾਰ ਆ ਗਈ। ਇਹ ਦਰਾਰ ਸਮੇਂ ਦੇ ਨਾਲ ਨਾਲ ਵੱਧਦੀ ਚਲੀ ਗਈ। ਇਸ ਦਾ ਕਾਰਨ ਇਹ ਸੀ ਕਿ ਸਾਹੂਕਾਰ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਸਨ। 15 ਤੋਂ 16 ਘੰਟੇ ਸਖਤ ਮਿਹਨਤ ਕਰਨ ਦੇ ਬਾਅਦ ਉਹਨਾਂ ਨੂੰ ਕਦੇ ਵੀ ਭਰਪੇਟ ਖਾਣਾ ਨਹੀਂ ਮਿਲਦਾ ਸੀ। ਸਾਹੂਕਾਰ ਉਹਨਾਂ ਤੋਂ ਇੰਨਾ ਵਿਆਜ ਵਸੂਲਦੇ ਸਨ ਕਿ ਉਹ ਕਦੇ ਕਰਜ਼ ਦੇ ਚੰਗਲ ਤੋਂ ਬਾਹਰ ਨਹੀਂ ਨਿਕਲ ਸਕਦੇ ਸਨ। ਇੱਥੋਂ ਤੱਕ ਕਿ ਸਾਹੂਕਾਰ ਧੋਖੇ ਨਾਲ ਨਾ ਕੇਵਲ ਉਹਨਾਂ ਦੀ ਭੂਮੀ ਬਲਕਿ ਸੰਪੱਤੀ ਵੀ ਜ਼ਬਤ ਕਰ ਲੈਂਦੇ ਸਨ। ਇਸ ਦੇ ਕਾਰਨ ਦੋਨਾਂ ਦੇ ਮੱਧ ਤਣਾਅ ਪੈਦਾ ਹੋ ਜਾਂਦਾ ਸੀ। ਕਿਸਾਨ ਸਾਹੂਕਾਰ ਤੋਂ ਬਦਲਾ ਲੈਣ ਦੇ ਲਈ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਸਨ। 1855 ਈਸਵੀ ਵਿੱਚ ਸੰਥਾਲ ਵਿਦਰੋਹ ਅਤੇ 1875 ਈਸਵੀ ਵਿੱਚ ਦੱਖਣ ਵਿੱਚ ਹੋਏ ਦੰਗੇ ਇਸ ਦੇ ਉਦਾਹਰਣ ਹਨ। ਅਗਲਾ ਅਤੇ ਅੰਤਿਮ ਪਰਿਣਾਮ ਹੈ ਸੰਪਰਦਾਇਕਤਾ ਨੂੰ ਪ੍ਰੋਤਸਾਹਨ। ਪੇਂਡੂ ਰਿਣਗ੍ਰਸਤਤਾ ਦਾ ਇੱਕ ਹੋਰ ਪਰਿਣਾਮ ਇਹ ਨਿਕਲਿਆ ਕਿ ਇਸ ਨੇ ਸੰਪਰਦਾਇਕਤਾ ਦੀ ਭਾਵਨਾ ਨੂੰ ਪ੍ਰੋਤਸਾਹਿਤ ਕੀਤਾ। ਪੰਜਾਬ ਅਤੇ ਬੰਗਾਲ ਵਿੱਚ ਖੇਤੀ ਕਰਨ ਵਾਲੇ ਜ਼ਿਆਦਾਤਰ ਕਿਸਾਨ ਮੁਸਲਮਾਨ ਸਨ। ਜ਼ਮੀਂਦਾਰ ਅਤੇ ਸਾਹੂਕਾਰ ਜ਼ਿਆਦਾਤਰ ਹਿੰਦੂ ਸਨ। ਇਹਨਾਂ ਦੋਨਾਂ ਦੇ ਮੱਧ ਵੱਧਦੇ ਹੋਏ ਤਣਾਅ ਨੇ ਸੰਪਰਦਾਇਕ ਸੰਘਰਸ਼ ਦਾ ਰੂਪ ਲੈ ਲਿਆ। ਇਹ ਪ੍ਰਵਿਰਤੀ ਦੇਸ਼ ਦੇ ਲਈ ਬੜੀ ਹਾਨੀਕਾਰਕ ਸਿੱਧ ਹੋਈ। ਇਸ ਦਾ ਪਰਿਣਾਮ 1947 ਈਸਵੀ ਦੇ ਵਿੱਚ ਭਾਰਤ ਦੇ ਵਿਭਾਜਨ ਦੇ ਰੂਪ ਵਿੱਚ ਹੋਇਆ। ਇਸ ਤਰ੍ਹਾਂ ਪੇਂਡੂ ਕਰਜ਼ਦਾਰੀ ਦੇ ਬੜੇ ਹੀ ਦੁਸ਼ਪਰਿਣਾਮ ਨਿਕਲੇ। ਸਮੇਂ ਦੇ ਨਾਲ ਨਾਲ ਸਰਕਾਰ ਨੇ ਕਾਨੂੰਨਾਂ ਵਿੱਚ ਸੁਧਾਰ ਕਰਕੇ ਕਿਸਾਨਾਂ ਅਤੇ ਸਾਹੂਕਾਰਾਂ 'ਤੇ ਰੋਕ ਲਾ ਕੇ ਅਤੇ ਸਰਕਾਰੀ ਕਰਜ਼ ਕਿਸਾਨਾਂ ਨੂੰ ਉਪਲਬਧ ਕਰਵਾ ਕੇ ਇਸ ਨੂੰ ਰੋਕਣ ਦੇ ਉਪਾਅ ਵੀ ਜ਼ਰੂਰ ਕੀਤੇ, ਪਰੰਤੂ ਹਰ ਪਾਸੋਂ ਹੀ ਕਿਸਾਨਾਂ ਦੀ ਸਥਿਤੀ ਦਿਨੋਂ ਦਿਨ ਤਰਸਯੋਗ ਹੁੰਦੀ ਚਲੀ ਗਈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਇਹ ਕੁਐਸਚਨ ਪੂਰਾ ਹੋ ਗਿਆ ਹੈ। ਛੋਟਾ ਕੁਐਸਚਨ ਹੀ ਪੁੱਛਿਆ ਜਾਂਦਾ ਹੈ, ਪਰੰਤੂ ਫਿਰ ਵੀ ਅਸੀਂ ਇਸ ਨੂੰ ਵੱਡੇ ਰੂਪ ਵਿੱਚ ਹੀ ਕੀਤਾ ਹੈ। ਅਗਲੀ ਕਲਾਸ ਵਿੱਚ ਅਸੀਂ ਨਵੇਂ ਕੁਐਸਚਨ ਦੇ ਨਾਲ ਫਿਰ ਮਿਲਦੇ ਹਾਂ। ਉਦੋਂ ਤੱਕ ਬਹੁਤ ਬਹੁਤ ਧੰਨਵਾਦ।